कि एग्जाम से बाकी ਜਿਹੜੀ ਸਟੱਡੀ ਹੈ ਉਹ ਆਨਲਾਈਨ ਨਹੀਂ ਹੋਣੀ ਚਾਹੀਦੀ। ਪੇਰੈਂਟਸ ਵੱਲੋਂ ਇੱਕ ਕੁਐਸਚਨ ਹੈ ਕਿ ਹੁਣ ਤੁਸੀਂ ਜਿੰਨਾ ਦੇਖਦੇ ਆ ਅਸੀਂ ਪ੍ਰਸ਼ਾਸਨ ਪੁਲਿਸ ਔਰ ਡਾਕਟਰਸ ਫਰੰਟ ਵੇਰੀਅਰ ਜਿੰਨੇ ਵੀ ਹੈ ਬਹੁਤ ਅੱਛੇ ਲੈਵਲ ਤੇ ਉਪਰਾਲਾ ਕਰ ਰਹੇ ਕੋਵਿਡ ਨਾਲ ਲੜਨ ਦੇ। ਔਰ ਸਕੂਲਾਂ ਦੀ ਗੱਲ ਕੀਤੀ ਜਾਵੇ ਸਰ ਉੱਥੇ ਪੇਰੈਂਟਸ ਚਾਹੇ ਕੋਆਪਰੇਟ ਕਰ ਰਹੇ ਬੱਚੇ ਭੇਜ ਰਹੇ ਆ ਪਰ ਸਰ ਉੱਥੇ ਗਾਈਡਲਾਈਨ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਬਹੁਤ ਸਾਰੇ ਨਾਗਰਿਕ ਮੈਨੂੰ ਸਵਾਲ ਕਰ ਰਹੇ ਆ ਕਹਿੰਦੇ ਸਾਡੇ ਬੱਚੇ ਦੀ ਇਮਿਊਨਿਟੀ ਪਾਵਰ ਸਹੀ ਆ, ਕਹਿੰਦੇ ਸਾਡੀ ਵੀ ਸਹੀ ਆ ਤੇ ਜਿਹੜੇ ਘਰ 'ਚ ਅਸੀਂ ਬਜ਼ੁਰਗ ਅਸੀਂ ਤਾੜ ਕੇ ਰੱਖੇ ਹੋਏ ਆ ਬਟ ਇੱਕ ਸਾਲ ਤੋਂ ਅਸੀਂ ਘਰੋਂ ਬਾਹਰ ਨਹੀਂ ਜਾਣ ਦੇ ਰਹੇ ਕਿ ਬਾਹਰੋਂ ਕੋਵਿਡ ਨਾ ਕਰਾ ਕੇ ਆ ਜੇ ਬਜ਼ੁਰਗਾਂ ਦਾ ਬਹੁਤ ਖਿਆਲ ਰੱਖਿਆ ਜਾ ਰਿਹਾ। ਜੇ ਉਹ ਬੱਚਾ ਸਕੂਲੋਂ ਆ ਕੇ ਘਰ ਆਂਦਾ ਉਹ ਜੇ ਵਾਇਰਸ ਵਗੈਰਾ ਆ ਜਾਂਦਾ ਉਹ ਬਜ਼ੁਰਗ ਨੂੰ ਟ੍ਰਾਂਸਫਰ ਹੁੰਦਾ ਤਾਂ ਬਜ਼ੁਰਗ ਨੂੰ ਕਿੱਦਾਂ ਬਚਾਉਣ ਫਿਰ ਕਈ ਬਿਲਕੁਲ ਇਹ ਜਿਹੜਾ ਕੰਸਰਨ ਹੈ ਤੁਹਾਡਾ ਇਹ ਵੈਲਿਡ ਹੈ ਤੇ ਇਸ ਦੇ ਵਿੱਚ ਮੈਂ ਦੋ ਪੱਖੀ ਗੱਲ ਕਰਨਾ ਚਾਹਾਂਗਾ। ਇੱਕ ਤਾਂ ਇਹ ਵੈਲਿਡ ਹੈ ਕਿਉਂਕਿ ਬੱਚੇ ਜਦੋਂ ਜਾਣਗੇ ਘਰੋਂ ਤੇ ਉਹ ਜਿਹੜਾ ਇਨਫੈਕਸ਼ਨ ਇਹ ਪਹਿਲਾ ਕਲਾਸਿਕ ਕੇਸ ਇਟਲੀ ਦੇ ਵਿੱਚ ਆਹੀ ਹੋਇਆ ਸੀਗਾ ਵੀ ਜਿਹੜੇ ਬੱਚੇ ਜਦੋਂ ਸਕੂਲ ਜਾਂਦੇ ਸੀਗੇ ਉੱਥੋਂ ਇਨਫੈਕਸ਼ਨ ਗ੍ਰੈਂਡ ਪੇਰੈਂਟਸ ਤੱਕ ਪਹੁੰਚੀ। ਤੇ ਦੂਜੇ ਹੀ ਇਹਦੇ ਨਾਲ ਮੈਂ ਇਹ ਚਾਹਾਂਗਾ ਕਿਉਂਕਿ ਹੁਣ ਵੈਕਸੀਨੇਸ਼ਨ ਓਪਨ ਹੋ ਗਈ ਹੈ ਤੇ 60+ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਪ੍ਰਾਇਰਟੀ ਤੇ ਉਹ ਵੀ ਕਰਾ ਲਈ ਕਿਉਂਕਿ ਹਲੇ ਵੀ ਜਿਹੜੀ ਪੀਕ ਲੈਵਲ ਤੇ ਵੈਕਸੀਨੇਸ਼ਨ ਡਰਾਈਵ ਜਿਹੜੇ 250 ਰੁਪਏ ਦੇ ਵਿੱਚ ਖੁੱਲ ਗਏ ਨੇ ਫॉर ਉਹ ਉੱਥੇ ਪੀਕ ਲੈਵਲ ਤੇ ਯੂਟਿਲਾਈਜ਼ ਨਹੀਂ ਹੋ ਰਹੀ ਹੈ। ਸੋ ਕਿਉਂਕਿ ਹੁਣ ਆਪਾਂ ਉਸ 'ਚ ਹੈ ਕਰੀਬਨ ਜਿਹੜੀ ਕੈਟੇਗਰੀ ਖੁੱਲ ਰਹੇ ਨੇ ਜਲੰਧਰ ਡਿਸਟ੍ਰਿਕਟ ਦੀ 4.5 ਲੱਖ ਆਬਾਦੀ ਸਡਨਲੀ ਹੀ ਐਲੀਜੀਬਲ ਹੋ ਗਈ ਹੈ। ਜੇਕਰ ਵੈਕਸੀਨੇਸ਼ਨ ਦੇ ਵਿੱਚ ਕਿਸੇ ਨੂੰ ਕੰਸਰਨ ਵੀ 25% ਵੀ ਆਬਾਦੀ ਸਾਹਮਣੇ ਆ ਜਾਂਦੀ ਹੈ ਉਹਨਾਂ 'ਚੋਂ ਤਾਂ 1 ਲੱਖ ਬੰਦਾ ਅੱਜ ਦੀ ਡੇਟ 'ਚ ਬਿਲਕੁਲ ਰੈਡੀ ਹੈ ਵੈਕਸੀਨੇਸ਼ਨ। ਸੋ ਉਹ ਮੇਰੀ ਅਪੀਲ ਹੈ ਖਾਸ ਕਰ ਜੇਕਰ ਆਪਾਂ ਕੋਮੋਰਬਿਡਿਟੀ ਸ਼ੂਗਰ ਤੇ ਬੀਪੀ ਦੇ ਮਰੀਜ਼ ਜਿਹੜੇ ਹੈਗੇ ਉਹ ਆਪਾਂ ਕਰਾ ਲਈਏ ਪ੍ਰਾਇਰਟੀ ਤੇ ਵੈਕਸੀਨੇਟ ਤਾਂ ਆਪਣੀ ਡੈਥ ਬਚ ਜਾਣਗੀ। ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ। ਪੇਰੈਂਟਸ ਦੀ ਡਬਲ ਮਾਈਂਡਡ ਪੇਰੈਂਟਸ ਹੋ ਰਹੇ ਨੇ, ਦੋਹਰੀ ਮਾਨਸਿਕਤਾ ਪੇਰੈਂਟਸ ਦੇ ਵਿੱਚ ਆ ਰਹੀ, ਉਹਨਾਂ ਪੇਰੈਂਟਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਉਹ ਵੀ ਹੁਣ ਇਸ ਪੋਜੀਸ਼ਨ ਤੇ ਖੜੇ ਆ ਕਿ ਬੱਚਿਆਂ ਨੂੰ ਅਸੀਂ ਸਕੂਲ ਭੇਜੀਏ ਜਾਂ ਨਾ ਭੇਜੀਏ ਕਿਉਂਕਿ ਸਕੂਲ ਓਪਨ ਹੋ ਗਏ, ਪੇਪਰ ਆਫਲਾਈਨ ਹੋ ਗਏ, ਐਗਜ਼ਾਮ ਦੇ ਟਾਈਮ ਹੈਗਾ ਆਫਲਾਈਨ ਔਰ ਆਨਲਾਈਨ ਦੀ ਜੰਗ ਪੇਰੈਂਟਸ ਦੀ ਆਪਸ ਵਿੱਚ ਕਿਉਂਕਿ ਮੈਕਸਿਮਮ ਸਕੂਲਾਂ ਵਿੱਚ 9 ਤੋਂ 12 ਪੇਪਰ ਆਫਲਾਈਨ ਹੋ ਰਹੇ ਹੈ। ਸੋ ਆ ਫੀਡਬੈਕ ਅਸੀਂ ਜਿਹੜਾ ਕੱਲ ਸਾਡੇ ਵੱਲੋਂ ਤਾਂ ਇਹ ਆਊਗਾ ਕਿਉਂਕਿ ਦੇਖੋ ਅਸੀਂ ਇਹ ਕਹੀਏ ਵੀ ਇਸ ਟਾਈਮ ਐਜੂਕੇਸ਼ਨ ਇਜ਼ ਮੋਰ ਇੰਪੋਰਟੈਂਟ ਇਹ ਅਸੀਂ ਆਪਣੇ ਵੱਲੋਂ ਕਿਸੇ ਨੂੰ ਨਹੀਂ ਕਹਿ ਸਕਦੇ। ਪੇਰੈਂਟਸ ਦਾ ਬੜਾ ਕੰਸਰਨ ਰਹਿੰਦਾ ਸਾਨੂੰ ਵੀ ਜਿਹੜੇ ਪੇਰੈਂਟਸ ਦਾ ਆਇਆ ਉਹ ਇਹੀ ਹੈ ਵੀ ਕੁਝ ਸਕੂਲ ਆਨਲਾਈਨ ਐਗਜ਼ਾਮ ਦੀ ਆਪਸ਼ਨ ਦੇ ਰਹੇ ਨੇ, ਕੁਝ ਇਨਸਿਸਟ ਕਰ ਰਹੇ ਨੇ ਆਫਲਾਈਨ। ਸੋ ਮੇਰੇ ਹਿਸਾਬ ਨਾਲ ਅਸੀਂ ਕਹਾਂਗੇ ਕਿ ਗਵਰਨਮੈਂਟ ਇਸ ਨੂੰ ਜੇਕਰ ਸਾਰਿਆਂ ਨੂੰ ਆਨਲਾਈਨ ਐਗਜ਼ਾਮੀਨੇਸ਼ਨ ਦੀ ਪ੍ਰੋਵੀਜ਼ਨ ਦੇ ਦੇਵੇ ਜਾਂ ਜਿੱਥੇ ਇਸ ਟਾਈਮ ਆਫਲਾਈਨ ਹੋ ਰਿਹਾ ਹੈ ਤੇ ਉਸ ਚੀਜ਼ ਨੂੰ ਅੱਗੇ ਵਧਾ ਕੇ ਦੇਖ ਲਈ ਜਦੋਂ ਕੋਵਿਡ ਦਾ ਸਰਜ ਘਟ ਜਾਂਦਾ ਹੈ। ਸੋ ਸਮ ਰეკਮੈਂਡੇਸ਼ਨ ਉਸ ਟਾਈਪ ਦੀ ਅਸੀਂ ਕਿਉਂਕਿ ਬਾਕੀ ਇਹ ਕਾਲ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਨੇ ਲੈਣੀ ਬਟ ਅਸੀਂ ਫੀਡਬੈਕ ਜ਼ਰੂਰ ਦੇਵਾਂਗੇ ਕਿਉਂਕਿ ਜਦੋਂ ਬੱਚਿਆਂ ਦਾ ਪੋਜ਼ਿਟਿਵ ਆਉਂਦੇ ਕੇਸ ਤਾਂ ਬੜਾ ਕੰਸਰਨ ਹੁੰਦਾ। ਪੇਰੈਂਟਸ ਵੱਲੋਂ ਇੱਕ ਕੁਐਸਚਨ ਹੈ ਕਿ ਹੁਣ ਤੁਸੀਂ ਜਿੰਨਾ ਦੇਖਦੇ ਆ ਅਸੀਂ ਪ੍ਰਸ਼ਾਸਨ ਪੁਲਿਸ ਔਰ ਡਾਕਟਰਸ ਫਰੰਟ ਵੇਰੀਅਰ ਜਿੰਨੇ ਵੀ ਹੈ ਬਹੁਤ ਅੱਛੇ ਲੈਵਲ ਤੇ ਉਪਰਾਲਾ ਕਰ ਰਹੇ ਕੋਵਿਡ ਨਾਲ ਲੜਨ ਦੇ। ਔਰ ਸਕੂਲਾਂ ਦੀ ਗੱਲ ਕੀਤੀ ਜਾਵੇ ਸਰ ਉੱਥੇ ਪੇਰੈਂਟਸ ਚਾਹੇ ਕੋਆਪਰੇਟ ਕਰ ਰਹੇ ਬੱਚੇ ਭੇਜ ਰਹੇ ਆ ਪਰ ਸਰ ਉੱਥੇ ਗਾਈਡਲਾਈਨ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਉਹ ਦੇਖੋ ਅੱਜ ਜਿਹੜਾ ਕੋਵਿਡ ਨੂੰ ਲੈ ਕੇ ਜਿਹੜੀ ਸੈਂਪਲਿੰਗ ਚੱਲ ਰਹੀ ਹੈ ਅਸੀਂ ਅੱਜ ਵੀ ਦੇਖ ਰਹੇ ਹਾਂ ਕਿ ਖਾਸ ਕਰ ਅੱਜ ਵੀ ਮੇਰੀ ਸਵੇਰੇ ਵੀ ਡੀਓ ਸੈਕੰਡਰੀ ਨਾਲ ਗੱਲ ਹੋਈ ਹੈ ਇਸ ਬਾਰੇ ਕਿਉਂਕਿ ਜਿਹੜੇ ਕੱਲ ਦੇ ਸੈਂਪਲਸ ਦੇ ਵਿੱਚ ਜਿਹੜਾ ਸਰਜ ਆਇਆ ਉਸ 'ਚ 70 ਸਟੂਡੈਂਟ ਸੀਗੇ। ਅੱਜ ਵੀ ਜਿਹੜੇ ਰਿਜ਼ਲਟ ਆਏ ਨੇ ਉਸ 'ਚ ਤਕਰੀਬਨ 40 ਸਟੂਡੈਂਟਸ ਦੇ ਰਿਜ਼ਲਟ ਨੇ ਤੇ ਉਸ ਚੀਜ਼ ਨੂੰ ਲੈ ਕੇ ਅਸੀਂ ਗੰਭੀਰ ਹਾਂ। ਅਸੀਂ ਰਾਦਰ ਕੱਲ ਵੀ ਸਾਡੀ ਮੁੱਖ ਸਕੱਤਰ ਮੈਡਮ ਨਾਲ ਵੀਡੀਓ ਕਾਨਫਰੰਸ ਹੋਣੀ ਹੈ ਸਵੇਰੇ, ਮੈਂ ਸੀਪੀ ਸਾਹਿਬ ਸਾਰਿਆਂ ਦੀ ਹੈ। ਅਸੀਂ ਉਹਦੇ ਵਿੱਚ ਇਹ ਵੀ ਪੁਆਇੰਟ ਰੱਖਾਂਗੇ ਕਿ ਕੀ ਇਹ ਵੱਧਦੇ ਹੋਏ ਕੇਸਿਸ ਨੂੰ ਲੈ ਕੇ ਕੋਈ ਸਕੂਲਸ ਦਾ ਵਿੱਚ ਫੇਰ ਕੋਈ ਡਿਸੀਜਨ ਲੈਣ ਦੀ ਲੋੜ ਹੈ ਕਿਉਂਕਿ ਸਾਡੇ ਕੋਲ ਪੇਰੈਂਟਸ ਵੀ ਐਂਸ਼ੀਅਸ ਨੇ ਕਾਫੀ, ਉਹ ਵੀ ਲਗਾਤਾਰ ਅਪਰੋਚ ਕਰਦੇ ਨੇ ਕਿਉਂਕਿ ਬੱਚਿਆਂ ਦੀ ਜਿਹੜੀ ਹੈਗੀ ਸੇਫਟੀ ਸਭ ਤੋਂ ਟੌਪਮੋਸਟ ਪ੍ਰਾਇਰਟੀ ਹੈ। ਸੋ ਕਿਉਂਕਿ ਅਸੀਂ ਬਾਰ-ਬਾਰ ਉੱਥੇ ਕਹਿੰਦੇ ਵੀ ਹੈ ਬਟ ਸੋਸ਼ਲ ਡਿਸਟੈਂਸਿੰਗ ਬੱਚਿਆਂ ਦੇ ਵਿੱਚ ਮੇਨਟੇਨ ਕਰਨਾ ਬੜਾ ਔਖਾ ਕੰਮ ਹੈ। ਤੁਸੀਂ ਬੱਚਿਆਂ ਨੂੰ ਨਾ ਛੋਟੇ ਬੱਚਿਆਂ ਨੂੰ ਸਮਝਾ ਵੀ ਲੋਗੇ ਤਾਂ ਵੀ ਉਹ ਇੱਕ ਦੂਜੇ ਨੂੰ ਕੋਈ ਹੈ ਨਾ ਮਤਲਬ ਉਹ ਮੇਨਟੇਨ ਕਰਨਾ ਬੜਾ ਔਖਾ ਹੈ। ਸੋ ਬਟ ਇਹ ਸਾਡੇ ਫੀਡਬੈਕ ਪ੍ਰੋਪਰ ਹੈਗਾ, ਅਸੀਂ ਇਹਨੂੰ ਹਾਇਰ ਲੈਵਲਸ ਤੇ ਵੀ ਐਸਕੇਲੇਟ ਕਰ ਰਹੇ ਹਾਂ, ਆਪਣੇ ਲੈਵਲ ਤੇ ਵੀ ਅਸੀਂ ਬਾਰ-ਬਾਰ ਕਹਿ ਰਹੇ ਹਾਂ ਡੀਓ ਸੈਕਟਰੀ ਨੂੰ ਕਿ ਵੱਧ ਤੋਂ ਵੱਧ ਉੱਥੇ ਜਿਹੜੇ ਵੀ ਕੋਵਿਡ ਦੇ ਅਪਰੋਪਰੀਏਟ ਬਿਹੇਵੀਅਰ ਹਨ ਉਹ ਮੇਨਟੇਨ ਕੀਤਾ ਜਾਵੇ। ਸਰ ਕੀ ਐਗਜ਼ਾਮ ਸੇ ਬਾਕੀ ਜਿਹੜੀ ਸਟੱਡੀ ਹੈ ਉਹ ਆਨਲਾਈਨ ਨਹੀਂ ਹੋਣੀ ਚਾਹੀਦੀ? ਦੇਖੋ ਇਸ 'ਚ ਜਿਹੜੀ ਕਾਲ ਹੈ ਉਹ ਡਿਪਾਰਟਮੈਂਟ ਆਫ ਐਜੂਕੇਸ਼ਨ ਕਾਲ ਲਊਗਾ ਕਦੋਂ ਖੋਲ੍ਹਣੇ ਹੈ ਕਦੋਂ ਸਕੂਲ ਬੰਦ ਕਰਨੇ ਹੈ ਕੀ ਉਹਦੇ ਪ੍ਰੋਸੀਜਰਲ ਹੈ। ਜਦੋਂ ਉੱਥੋਂ ਅਸੀਂ ਉਹਨਾਂ ਦੇ ਨੋਟਿਸ ਜ਼ਰੂਰ ਲਾਵਾਂਗੇ ਐਂਡ ਆਈ ਐਮ ਸ਼ੋਰ ਕਿਉਂਕਿ ਇਹ ਸਿਰਫ ਇੱਥੋਂ ਦਾ ਨਹੀਂ ਹੈ, ਇਹ ਫੀਡਬੈਕ ਅਕਰੋਸ ਜਿਹੜੇ ਸਕੂਲ ਦੇ ਵਿੱਚ ਟੈਸਟਿੰਗ ਹੈ ਹਰ ਥਾਂ ਤੋਂ ਚੱਲ ਰਹੀ ਹੈ ਤੇ ਉਹ ਜ਼ਰੂਰ ਕੋਈ ਨਾ ਕੋਈ ਉੱਥੋਂ ਫੀਡਬੈਕ ਵੀ ਜਾਏਗਾ। ਬਹੁਤ ਹੀ ਸਤਿਕਾਰਯੋਗ ਸਾਡੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਜੀ, ਸਾਡੇ ਕਲੀਗ ਐਸਐਸਪੀ ਰੂਰਲ ਸੰਦੀਪ ਗਰਗ ਜੀ, ਡੀਐਮਏ ਦੇ ਅਹੁਦੇਦਾਰਾਂ 'ਚ ਸ਼ਿੰਦਰਪਾਲ ਜੀ, ਬੱਗਾ ਸਾਹਿਬ,
ਤੇ ਹੋਰ ਸਾਰੇ ਮੈਂਬਰ ਸਾਹਿਬਾਨ, ਅੱਜ ਬਹੁਤ ਹੀ ਮੈਨੂੰ ਖੁਸ਼ੀ ਹੋ ਰਹੀ ਹੈ ਤੇ ਸਾਰਿਆਂ ਨੂੰ ਖੁਸ਼ੀ ਹੋ ਰਹੀ ਵੀ ਅੱਜ ਅਸੀਂ ਤੁਹਾਡੇ ਵਿਚਕਾਰ ਆਏ ਨੇ ਤੇ ਆ ਜਿਹੜਾ ਪਲੇਟਫਾਰਮ ਦਾ ਲਾਂਚ ਕੀਤਾ ਜਾ ਰਿਹਾ ਹੈ। ਜਿੱਦਾਂ ਕਿ ਸੀਪੀ ਸਾਹਿਬ ਨੇ ਵੀ ਦੱਸਿਆ, ਹੁਣ ਜਿਹੜੇ ਡਿਜੀਟਲ ਪਲੇਟਫਾਰਮ ਮੇਨ ਸਟ੍ਰੀਮ ਹੋ ਗਏ ਨੇ। ਕਿਸੇ ਟਾਈਮ ਜਿਹੜਾ ਪ੍ਰਿੰਟ ਮੀਡੀਆ ਪੂਰਾ ਮੇਨ ਸਟ੍ਰੀਮ ਹੁੰਦਾ ਸੀਗਾ ਤੇ ਅੱਜ ਕੱਲ੍ਹ ਇਹ ਆਨਲਾਈਨ ਪਲੇਟਫਾਰਮਸ ਐਂਡ ਆਲ ਇਹ ਫਾਸਟੈਸਟ ਮੀਨਸ ਬਣ ਗਏ ਨੇ, ਕਿਉਂਕਿ ਇਹਨਾਂ ਨੂੰ ਜਿਹੜਾ ਹੈਗਾ ਮਾਰਕੀਟ ਤੋਂ ਲਾਈਵ ਹੋਣ ਦੇ ਵਿੱਚ ਸਭ ਤੋਂ ਘੱਟ ਸਮਾਂ ਲੱਗਦਾ ਹੈ। ਤੇ ਮੈਂ ਇਹ ਵੀ ਦੇਖਿਆ ਹੈ ਕਿ ਐਵੋਲੂਸ਼ਨ ਵੀ ਮੀਡੀਆ ਦਾ ਇਸ ਵੱਲ ਹੀ ਜਾ ਰਿਹਾ ਹੈ। ਜਿਹੜੇ ਟ੍ਰੈਡੀਸ਼ਨਲੀ ਪ੍ਰਿੰਟ ਮੀਡੀਆ ਜਾਂ ਹੋਰ ਪਲੇਟਫਾਰਮਸ ਹੁੰਦੇ ਸੀਗੇ, ਉਹਨਾਂ ਨੇ ਵੀ ਆਪਣੇ ਸਾਰੇ ਡਿਜੀਟਲ ਪਲੇਟਫਾਰਮਸ, YouTube, ਇਹ ਸਾਰਿਆਂ ਤੇ ਵਿੱਚ ਜਿਹੜੇ ਮੇਨ ਸਟ੍ਰੀਮ ਮੀਡੀਆ ਵੀ ਆ ਗਿਆ ਹੈ। ਸੋ ਇਹ ਭਵਿੱਖ ਹੈ। ਸੋ ਆਪਾਂ ਬਹੁਤ ਖੁਸ਼ੀ ਦੀ ਗੱਲ ਹੈ, ਉਸੇ ਨੂੰ ਅੱਗੇ ਵਧਾਉਂਦੇ ਹੋਏ ਆਪਾਂ ਇਸ ਪਲੇਟਫਾਰਮ ਦਾ ਅੱਜ ਅਨਾਵਰਣ ਕਰ ਰਹੇ ਹਾਂ। ਇਹਦਾ ਆਗਾਜ਼ ਇੱਥੋਂ ਹੋ ਰਿਹਾ ਹੈ ਤੇ ਤੁਹਾਡੇ ਵਿਚਕਾਰ ਆ ਕੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ। ਸੋ ਹੁਣ ਆਪਾਂ ਇੱਕ ਕੋਵਿਡ ਦੇ ਦੌਰਾਨ ਦੇ ਸਮਾਂ 'ਚੋਂ ਵੀ ਲੰਘ ਰਹੇ ਹਾਂ। ਪਿੱਛੇ ਕੇਸਿਸ ਕਾਫੀ ਘਟ ਗਏ ਸੀਗੇ, ਹੁਣ ਫੇਰ ਥੋੜ੍ਹਾ ਜਿਹਾ ਸਰਜ ਆ ਰਿਹਾ ਹੈ ਤੇ ਮੈਂ ਚਾਹਾਂਗਾ ਵੀ ਆਪਾਂ ਇੱਕ ਸਾਰੇ ਜ਼ਿੰਮੇਵਾਰੀ ਨਾਲ ਉਸ ਚੀਜ਼ ਨੂੰ ਵੀ ਨਿਭਾਉਂਦੇ ਹੋਏ ਉਹਦੇ ਵੱਲ ਵੀ ਆਪਾਂ ਸਾਰੇ ਧਿਆਨ ਰੱਖੀਏ। ਐਂਡ ਮੈਂ ਇਹ ਓਪਰਚੁਨਿਟੀ ਲੈਣਾ ਚਾਹਾਂਗਾ ਕਹਿਣ ਦੇ ਵਿੱਚ ਵੀ, ਕਿਉਂਕਿ ਇਹ ਮਹਾਮਾਰੀ ਸਮੇਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਵੀ ਸਾਡੇ ਮੀਡੀਆ ਦੇ ਵਿੱਚ ਜਿੰਨੇ ਸਾਡੇ ਸਾਥੀ ਹੋਣ, ਭਾਵੇਂ ਜਿਹੜੀ ਹੋਰ ਵੀ ਐਸੋਸੀਏਸ਼ਨਾਂ ਨੇ, ਕਦੇ ਵੀ ਹੈ ਤੇ ਕਦੇ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਜ਼ਰੂਰ ਸਾਡੇ ਕੋਲ ਆਓ, ਕਿਉਂਕਿ ਅਸੀਂ ਹਮੇਸ਼ਾ, ਕਿਉਂਕਿ ਕਈ ਵਾਰ ਅਸੀਂ ਉਸ ਚੀਜ਼ ਨੂੰ ਬਾਰ-ਬਾਰ ਨਹੀਂ ਕਹਿ ਪਾਉਂਦੇ, ਬਟ ਕੋਈ ਵੀ ਇੰਡੀਵਿਜੂਅਲ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ, ਕਿਸੇ ਦਾ ਕੋਵਿਡ ਕਰਕੇ ਹੀ ਕਿਤੇ ਕੋਈ ਇਲਾਜ ਕੋਈ ਹੋਰ ਸੰਬੰਧੀ ਹੈ, ਤਾਂ ਸਾਨੂੰ ਜ਼ਰੂਰ ਅਪਰੋਚ ਕਰੋ। ਅਸੀਂ ਆਪਣੀ ਹਰ ਹੀਲੇ ਜਿੰਨੀ ਹੋ ਸਕਦੀ ਹੈ ਮਦਦ ਅਸੀਂ ਜ਼ਰੂਰ ਸਾਰਿਆਂ ਦੀ ਕਰਾਂਗੇ। ਤੇ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਸ ਮੁਬਾਰਕ ਮੌਕੇ ਤੇ ਆਹੀ ਅਸੀਂ ਆਸ ਕਰਦੇ ਹਾਂ ਵੀ ਜਿਹੜਾ ਤੁਸੀਂ ਰੋਲ ਨਿਭਾ ਰਹੇ ਹੋ ਬਹੁਤ ਚੰਗੇ ਤਰੀਕੇ ਨਾਲ ਰੋਲ ਨਿਭਾਓ। ਇੱਕ ਹੋਰ ਅਸੀਂ ਬੇਨਤੀ ਕਰਾਂਗੇ, ਕਿਉਂਕਿ ਅਸੀਂ ਜਿਹੜਾ ਅਸੀਂ ਬੈਠੇ ਹਾਂ ਪ੍ਰਸ਼ਾਸਨ ਦੇ ਵਿੱਚ, ਪੁਲਿਸ ਐਡਮਿਨਿਸਟ੍ਰੇਸ਼ਨ ਸਾਰੀ ਬੈਠੇ ਹਾਂ, ਅਸੀਂ ਕਾਫੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਤੇ ਕਈ ਵਾਰ ਸਾਰੇ ਡਿਪਾਰਟਮੈਂਟਸ ਹੀ ਆਉਂਦੇ ਨੇ। ਸੋ ਕਈ ਵਾਰ ਅਸੀਂ ਐਕਸਪੈਕਟ ਕਰਦੇ ਹਾਂ ਵੀ ਤੁਸੀਂ ਜਿਹੜਾ ਕੋਈ ਰਿਸਪੌਂਸ ਲੈਂਦੇ ਹੋ ਪਹਿਲਾਂ ਡਿਪਾਰਟਮੈਂਟ ਤੋਂ ਲੈ ਲਓ, ਠੀਕ ਹੈ। ਫਿਰ ਜਦੋਂ ਡਿਪਾਰਟਮੈਂਟ ਤੋਂ ਜੇਕਰ ਨਹੀਂ ਆਉਂਦੇ ਫਿਰ ਤੁਸੀਂ ਸਾਡੀ ਇੱਕ ਵਾਰ ਨੋਟਿਸ ਜ਼ਰੂਰ ਲੈ ਜਾਓ, ਤਾਂ ਕਿ ਆਪਾਂ ਕਈ ਵਾਰ ਇਹ ਹੁੰਦਾ ਵੀ ਸਾਡਾ ਕੰਮ ਵੀ ਹੈ ਵੀ ਕੋਈ ਕਿਤੇ ਕੋਈ ਗਲਤ ਹੁੰਦਾ ਤਾਂ ਉਹਨੂੰ ਠੀਕ ਕਰ ਲਈਏ ਟਾਈਮਲੀ, ਠੀਕ ਹੈ ਨਾ, ਬਜਾਏਗੀ। ਸੋ ਕਈ ਵਾਰ ਉਹੀ ਜਿੱਦਾਂ ਸੀਪੀ ਸਾਹਿਬ ਨੇ ਵੀ ਕਿਹਾ ਵੀ ਆਪਾਂ ਸੈਂਸੇਸ਼ਨਲ ਐਨਾਲਾਈਜ਼ ਕਰਨ ਤੋਂ ਪਹਿਲਾਂ ਉਹਨੂੰ ਹੱਲ ਲੱਭ ਲਈਏ, ਚੀਜ਼ ਹੱਲ ਹੋ ਜਾਵੇ, ਤਾਂ ਕਿ ਆਪਾਂ ਇੱਕ ਸਮਾਜ ਦੇ ਵਿੱਚ ਡਿਲੀਵਰੀ ਦੇਣ ਲਈ ਜਿਹੜੇ ਬੈਠੇ ਹੈ ਉਹ ਕੰਮ ਆਪਣਾ ਸਿਰੇ ਚੜੇ। ਤੇ ਬਹੁਤ-ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ। ਸ਼੍ਰੀ ਘਨਸ਼ਾਮ ਥੋਰੀ ਜੀ, IAS ਡਿਪਟੀ ਕਮਿਸ਼ਨਰ ਜਲੰਧਰ, ਸ਼੍ਰੀ ਸੰਦੀਪ ਗਰਗ ਜੀ, IPS SSP ਜਲੰਧਰ ਰੂਰਲ, ਔਰ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਸਾਰੇ ਹੀ ਰਿਸਪੈਕਟੇਬਲ ਮੈਂਬਰਸ, ਮੈਨੂੰ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਬੜਾ ਖੁਸ਼ੀ ਹੋ ਰਹੀ ਹੈ ਕਿ ਜਦੋਂ ਵੀ ਕਿਸੇ ਫਾਰਮਲ ਫੰਕਸ਼ਨ ਤੇ ਜਾਂਦਾ ਬੰਦਾ ਥੋੜ੍ਹਾ ਬਹੁਤਾ ਪ੍ਰਪੇਅਰ ਹੋ ਕੇ ਜਾਂਦਾ, ਪਰ ਤੁਹਾਡੇ ਨਾਲ ਇਹੋ ਜਿਹੇ ਰਿਲੇਸ਼ਨ ਨੇ ਸਾਰਿਆਂ ਨਾਲ ਪਰਿਵਾਰਿਕ, ਕਿ ਅਸੀਂ ਦਫ਼ਤਰੋਂ ਉੱਠੇ ਤੇ ਸਿੱਧੇ ਆ ਗਏ। ਦੈਟ ਸ਼ੋਜ਼ ਕਿ ਕਿੰਨੀ ਡੈਪਥ ਹੈ ਰਿਲੇਸ਼ਨਸ਼ਿਪ ਦੀ। ਔਰ ਮੈਨੂੰ ਇਸ ਗੱਲ ਤੇ ਤੁਸੀਂ ਵੀ ਸਾਰੇ ਮੁਬਾਰਕਬਾਦ ਦੇ ਪਾਤਰ ਹੋ ਕਿ ਇੰਨਾ ਅੱਛਾ ਰਿਲੇਸ਼ਨਸ਼ਿਪ ਸਾਰੀ ਐਡਮਿਨਿਸਟ੍ਰੇਸ਼ਨ ਦਾ ਤੇ ਮੀਡੀਆ ਦਾ ਹੈਗਾ। ਔਰ ਮੈਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਈ ਹੈ ਕਿ ਨਵਾਂ ਜਿਹੜਾ ਵੈਬ ਲਾਂਚ ਅੱਜ ਇੱਥੇ, ਉਸ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਮੀਡੀਆ ਪ੍ਰੈਸ ਸਾਰਾ ਦਾ ਕਿੱਡਾ ਵੱਡਾ ਰੋਲ ਹੈ। ਅੱਜ ਇਨਫੋਰਮੇਸ਼ਨ ਦਾ ਯੁੱਗ ਹੈ ਔਰ ਕੁਇਕ ਇਨਫੋਰਮੇਸ਼ਨ ਜਿਹੜੀ ਹੈ ਉਹੀ ਅੱਜ ਕੱਲ੍ਹ ਕੀ ਹੈ ਹਰੇਕ ਚੀਜ਼ ਦੀ। ਔਰ ਨੈੱਟ ਰਾਹੀਂ ਜਿਹੜੀਆਂ ਵੀ ਖਬਰਾਂ ਇਮੀਡੀਏਟ ਆ ਜਾਂਦੀਆਂ, ਉਹਦੇ 'ਚ ਹਰੇਕ ਬੰਦੇ ਦਾ ਇੰਟਰਸਟ ਬਣ ਜਾਂਦਾ ਐਂਡ ਹਰੇਕ ਆਦਮੀ ਚਾਹੁੰਦਾ ਕਿ ਮੈਂ ਵੈਲ ਬਰੀਫਡ ਹੋਵਾਂ, ਵੈਲ ਵਰਸਡ ਹੋਵਾਂ ਕਿ ਜੋ ਆਪਣੇ ਆਲੇ ਦੁਆਲੇ ਹੋ ਰਿਹਾ। ਸੋ ਉਸ ਲੜੀ ਦੇ ਵਿੱਚ ਇਹ ਬੜਾ ਅੱਛਾ ਕਦਮ ਹੈ। ਮੈਂ ਦਿਲੀ ਮੁਬਾਰਕਬਾਦ ਦਿੰਦਾ ਔਰ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਜੋ ਜੋ ਆਪਣੇ ਮਨ ਦੀ ਕਾਮਨਾ ਹੈ, ਮਨੋਕਾਮਨਾ, ਉਹ ਪੂਰੀ ਹੋਵੇ, ਪਰਮਾਤਮਾ ਕਰੇ। ਔਰ ਜੋ ਟੀਚੇ ਆਪਾਂ ਆਪਣੇ ਵਾਸਤੇ ਰੱਖੇ ਆ ਉੱਥੇ ਤੱਕ ਆਪਾਂ ਪਰਮਾਤਮਾ ਦੀ ਮਿਹਰ ਨਾਲ ਪਹੁੰਚੀਏ। ਇੱਕੋ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਹੜੀ ਵੀ ਆਪਾਂ ਕੰਮ ਕਰੀਏ, ਚਾਹੇ ਉਹ ਸਾਡਾ ਕੰਮ ਹੈ ਚਾਹੇ ਤੁਹਾਡਾ ਕੰਮ ਹੈ, ਉਹਨੂੰ ਆਪਾਂ ਇੱਕ ਵਰਕ ਇਜ਼ ਵਰਸ਼ਿਪ, ਰੱਬ ਦਾ ਕੰਮ ਬਣ ਕੇ ਚੱਲੀਏ। ਪਰਸਨਲਾਈਜ਼ ਜਾਂ ਬਾਇਸ ਨਾਲ ਨਾ ਕਰੀਏ। ਉਹਦੇ 'ਚ ਹੀ ਕਾਮਯਾਬੀ, ਉਹਦੇ 'ਚ ਹੀ ਪਰਮਾਤਮਾ ਦੀ ਖੁਸ਼ੀ ਹੈ। ਔਰ ਮੈਨੂੰ ਮਾਣ ਹੈ ਕਿ ਤੁਸੀਂ ਪਹਿਲਾਂ ਹੀ ਬੜਾ ਓਨੈਸਟਲੀ ਔਰ ਟਰਾਂਸਪੇਰੈਂਟਲੀ ਆਪਣਾ ਕੰਮ ਕਰ ਰਹੇ ਹੋ। ਔਰ ਮੈਂ ਉਮੀਦ ਕਰਦਾ ਕਿ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੇ ਸਮਾਜ ਦੇ ਵਿੱਚ
ਆਪਣਾ ਯੋਗਦਾਨ ਪਾਉਂਦੇ ਰਵਾਂਗੇ। ਬਹੁਤ ਬਹੁਤ ਧੰਨਵਾਦ। ਐਗਰੀ ਕਰਦੇ ਆ ਕਿਉਂਕਿ ਤਾਂ ਮੈਨੂੰ ਲੱਗਦਾ ਮੀਡੀਆ ਉਸ ਡੇ 1 ਤੋਂ ਹੀ ਫੀਲਡ 'ਚ ਜਮਾ ਹੀ ਰਿਪੋਰਟਿੰਗ ਕਰ ਰਹੇ ਸੀ। ਈਵਨ ਵੁਹਾਨ ਪਹੁੰਚੇ ਹੋਏ ਸੀਗੇ ਇੱਥੋਂ ਵੀ ਲੋਕ ਹੀ ਮਤਲਬ। ਇੱਕ ਛੋਟੀ ਜਿਹੀ ਹੋਰ ਸੀ, ਆਯੁਸ਼ਮਾਨ ਕਾਰਡ ਬਣ ਰਹੇ ਨੇ, ਉਹ ਯੈਲੋ ਕਾਰਡ ਵਾਲੇ ਤਾਂ ਆਥੋਰਾਈਜ਼ ਹੈਗੇ ਨੇ। ਮਤਲਬ ਸਾਡੇ ਕੋਲ ਕਾਫੀ ਸਾਰੇ ਜਰਨਲਿਸਟ ਹੈ ਜਿਹਨਾਂ ਕੋਲ ਯੈਲੋ ਕਾਰਡ ਹੈਗੇ ਨੇ। ਕੁਝ ਜਰਨਲਿਸਟ ਐਸੇ ਨੇ ਜਿਹੜੇ ਡਿਜੀਟਲ ਪਲੇਟਫਾਰਮ ਚਲਾਉਂਦੇ ਨੇ ਬਟ ਉਹਨਾਂ ਕੋਲ ਯੈਲੋ ਕਾਰਡ ਨਹੀਂ ਹੈਗਾ। ਸਰ ਜਿਸ ਤਰ੍ਹਾਂ ਇਹੀ ਲੜਕਾ ਵਾ ਸਰ, ਇਹਦੇ ਨਾਲ ਤਕਰੀਬਨ 1 ਲੱਖ ਸਰ ਫੇਸਬੁੱਕ ਤੇ ਇਹਦੇ ਲਾਈਕਸ ਹੈਗੇ, ਸੋਸ਼ਲ ਮੀਡੀਆ ਜਲੰਧਰ ਦੇ ਨਾਮ ਦਾ ਪੇਜ ਹੈ ਔਰ ਸਰ ਬਹੁਤ ਹੀ ਗਰਾਊਂਡ ਲੈਵਲ ਤੇ ਕੰਮ ਕਰਦਾ ਸਰ। ਔਰ ਇਸ ਤਰ੍ਹਾਂ ਦੇ ਬਹੁਤ ਸਾਰੇ ਜਰਨਲਿਸਟ ਹੈਗੇ ਆ। ਉਹ ਦੇਖੋ ਲੜਕਾ ਬੇਟਾ ਸਰ 2 ਲੱਖ ਦੇ ਸਬਸਕ੍ਰਾਈਬਰ ਹੈ YouTube ਤੇ। ਮਤਲਬ ਇਸ ਤਰ੍ਹਾਂ ਸਰ ਬਹੁਤ ਸਾਰੇ ਪੱਤਰਕਾਰ ਹੈਗੇ ਆ, ਲੇਕਿਨ 90% ਪੱਤਰਕਾਰ ਸਾਡੇ ਇਹੋ ਜਿਹੇ ਇੱਥੇ ਜਿਹਨਾਂ ਕੋਲ ਯੈਲੋ ਕਾਰਡ ਹੈ ਵਾ। ਲੇਕਿਨ ਫਿਰ ਵੀ ਕੁਝ ਇਹੋ ਜਿਹੇ ਭਰਾ ਸਾਡੇ ਵਿੱਚ ਹੁੰਦੇ ਆ ਕਿ ਜਿਨ੍ਹਾਂ ਦੇ ਯੈਲੋ ਕਾਰਡ ਨਹੀਂ ਬਣ ਪਾਉਂਦੇ, ਉਹ ਨਿਊਜ਼ ਪੋਰਟਲ ਚਲਾਉਂਦੇ ਆ। ਉਹਦੇ ਸਰ ਕੋਈ ਨਾ ਉਹਨਾਂ ਵਾਸਤੇ ਇੱਕ ਛੋਟੀ ਜਿਹੀ ਫੈਸਿਲਿਟੀ ਜਿਹੜੀ ਆਯੁਸ਼ਮਾਨ ਕਾਰਡ ਦੀ ਉਹ ਨਹੀਂ, ਮੈਂ ਸ਼ੋਰ ਅਸੀਂ ਡਰਾਈਵ ਕਰ ਰਹੇ ਹਾਂ ਕਿਉਂਕਿ ਉਸੇ ਵੀ ਮੈਂ ਅੱਜ ਵੀ ਦੇਖ ਰਿਹਾ ਸੀਗਾ ਕਿ ਜਿਹੜੇ ਐਲੀਜੀਬਲ ਵੀ ਆ ਉਹਨਾਂ 'ਚੋਂ ਵੀ 50% ਨੇ ਲਿੱਤੇ। ਕਿਉਂਕਿ ਮੈਂ ਪੁੱਛ ਰਿਹਾ ਸੀਗਾ DPR ਸਾਹਿਬ ਨੂੰ, ਬਾਕੀ ਵੀ ਕਹਿੰਦੇ, ਉਹ ਕਹਿੰਦੇ ਕਿ ਵੀ ਆਰ ਸੋ ਵੈਲ ਆਫ, ਸਾਨੂੰ ਲੋੜ ਨਹੀਂ ਹੈ। ਮਤਲਬ ਉਹ ਵੈਲਿਆ ਨਹੀਂ ਰਹੇ ਹੱਦੇ ਤੇ ਬਾਕੀ ਅਸੀਂ ਇਹ ਚਾਹੁੰਦੇ ਵੀ ਬਾਕੀਆਂ ਦੀ ਜਿਨ੍ਹਾਂ ਨੂੰ ਲੋੜ ਹੈ। ਤਾਂ ਪ੍ਰੀਸਾਈਜ਼ਲੀ ਆਹੀ ਰੀਜ਼ਨ ਸੀਗਾ। ਮੈਂ ਕਿਹਾ ਜਦੋਂ ਕੋਈ ਲੋੜ ਪੈਂਦੀ ਹੈ ਹਾਲ ਦੀ ਘੜੀ ਜਦੋਂ ਤੱਕ ਨਹੀਂ ਆਉਂਦੀ ਉਦੋਂ ਤੱਕ ਸਰ ਮੇਰੀ ਲਾਸਟ ਇੱਕ ਰਿਕੁਐਸਟ ਸੀਗੀ ਕਿ ਸਰ ਸਾਰੇ ਪੱਤਰਕਾਰ ਤੁਹਾਡੀ ਤਕਰੀਬਨ 2 ਘੰਟੇ ਤੋਂ ਵੇਟ ਕਰ ਰਹੇ ਸੀਗੇ। ਔਰ ਮੈਂ ਚਾਹੁੰਦਾ ਕਿ ਸਰ ਇੱਥੇ ਕਾਫੀ ਸੀਨੀਅਰ ਜਰਨਲਿਸਟ ਬੈਠੇ ਹੋਏ ਆ। ਮੈਂ ਚਾਹੁੰਦਾ ਸੀ ਸਾਰੇ ਸਰ ਤੁਹਾਨੂੰ ਪਰਸਨਲ ਕੋਲ ਆ ਕੇ ਤੁਹਾਡੇ ਨਾਲ ਇੱਕ ਫੋਟੋ ਖਿਚਵਾ ਪਾਉਣ, ਤੁਹਾਨੂੰ ਮਿਲ ਪਾਉਣ ਕੋਲ। ਕਿਉਂਕਿ ਸਾਡਾ ਇਹ ਮਤਲਬ ਸੋਚ ਕੇ ਚੱਲੇ ਹੋਏ ਆ ਕਿ ਸਿਰਫ ਅਸੀਂ ਹੀ ਅੱਗੇ ਨਾ ਹੋਈਏ, ਸਾਡਾ ਹਰ ਇੱਕ ਮੈਂਬਰ ਤੁਹਾਡੇ ਨਾਲ ਕੋਲ ਖੜਾ ਹੋ ਕੇ ਤੁਹਾਨੂੰ ਮੇਰੀ ਬਾਹਰ ਕਰ ਲੈਂਗੇ। ਹਾਂਜੀ ਆ ਜਾਓ। ਹੋਰ ਖਾਸੀਅਤ ਹੈ ਸਾਡੀ DMA ਜਿਹੜੀ ਟੀਮ ਹੈ ਨਾ ਪੂਰੀ, ਇੱਕ ਵਾਰੀ ਧਰਨਿਆਂ 'ਚ ਬਲੀਵ ਨਹੀਂ ਕਰਦੀ। ਲੋਕ ਪਬਲਿਕ ਨੂੰ ਪਰੇਸ਼ਾਨ ਕਰਕੇ ਧਰਨਾ ਆਪਣੀ ਮੰਗਾਂ ਵਾਸਤੇ ਰਸਤੇ ਰੋਕਣ 'ਚ ਬਲੀਵ ਨਹੀਂ ਕਰਦੇ। ਕਿਉਂਕਿ ਜੇ ਅਸੀਂ ਧਰਨਾ ਲਾਵਾਂਗੇ ਤੇ ਲੋਕ ਸਾਡੇ ਤੇ ਵਿਸ਼ਵਾਸ ਕੀ ਕਰਨਗੇ ਵੀ ਅਸੀਂ ਖੁਦ ਹੀ ਧਰਨਾ ਔਰ ਇੱਕ ਸਰ ਮੈਂ ਤੁਹਾਡੇ ਸਾਰੇ ਦਾ ਬਹੁਤ ਥੈਂਕਸ ਕਰਦਾ ਵਾਂ, ਤੁਸੀਂ ਅੱਜ ਇੱਥੇ ਆਏ ਹੋ। ਔਰ CP ਸਾਹਿਬ ਨੂੰ ਅਸੀਂ ਜਦੋਂ ਵੀ ਸਾਨੂੰ ਕੋਈ ਦਿੱਕਤ ਆਉਂਦੀ ਆ, CP ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਸੀ ਔਰ ਉਹਨਾਂ ਨੇ ਸਾਬਤ ਵੀ ਕਰਕੇ ਦਿਖਾਇਆ ਕਿ ਪੱਤਰਕਾਰ ਨੂੰ ਹੋਰ ਕੋਈ ਦਿੱਕਤ ਆਉਂਦੀ ਆ ਤਾਂ ਔਰ ਇਨਸਟੈਂਟਲੀ ਉੱਤੇ ਕੰਮ ਕਰਦੇ ਆ, ਬਹੁਤ ਸੀਰੀਅਸ ਹੋ ਕੇ ਕਰਦੇ ਆ। ਇੱਕ ਦਿਨ ਤਾਂ ਮੈਂ ਫੋਨ ਕੀਤਾ ਤੇ ਇਹਨਾਂ ਨੇ ਕਾਫੀ ਬਿਜੀ ਸੀਗੇ ਤੇ ਮੈਂ ਕੁਝ ਟਾਈਮ ਬਾਅਦ ਦੁਬਾਰਾ ਫੋਨ ਕੀਤਾ ਤੇ ਸਰ ਨੇ ਅੱਗੇ ਕਿਹਾ ਯਾਰ ਕੋਈ ਜ਼ਰੂਰੀ ਕੰਮ ਤੇ ਹੈਗਾ ਦੱਸੋ। ਮਤਲਬ ਇੰਨਾ ਉਹਨਾਂ ਨੂੰ ਫਿਕਰ ਸੀਗੀ ਕਿ ਦੂਜੀ ਵਾਰੀ ਪੱਤਰਕਾਰ ਦਾ ਫੋਨ ਆ ਗਿਆ ਕਿਤੇ ਐਸੋਸੀਏਸ਼ਨ ਦਾ ਕੋਈ ਦਿੱਕਤ ਤਾਂ ਨਹੀਂ ਹੈਗੀ। ਅਮਨ ਜੀ ਸਾਨੂੰ ਬੜੀ ਵੱਡੀ ਖੁਸ਼ਖਬਰੀ ਹੈ, ਸਾਨੂੰ ਇੱਥੇ ਬੜਾ ਮਾਣ ਹੋ ਰਿਹਾ। CP ਸਾਹਿਬ ਦੇ ਦਾਦਾ ਜੀ ਇੱਥੇ ਰਹੇ, SSP ਰਹੇ, ਫਿਰ ਫਾਦਰ ਸਾਹਿਬ ਰਹੇ, ਤੀਜੀ ਪੀੜ੍ਹੀ ਹੈ ਸਾਡੇ। ਔਰ ਯਾਰ ਆਪਾਂ ਪਰਿਵਾਰ ਆ, ਮੈਂ ਤਾਂ ਪਹਿਲਾਂ ਹੀ ਕਿਹਾ। ਔਰ ਮੈਂ ਤੁਹਾਡੇ ਸਾਰਿਆਂ ਅੱਗੇ ਵੀ ਪ੍ਰਾਰਥਨਾ ਕਰੂੰਗਾ ਕਿ ਆਪਾਂ ਆਪਣੇ ਜਰਨਲਿਜ਼ਮ ਇਸ ਤਰ੍ਹਾਂ ਦੀ ਕਰੀਏ ਕਿ ਜਿਹਦੇ ਨਾਲ ਦੇਸ਼, ਸਮਾਜ, ਧਰਮ ਔਰ ਲੋਕਾਂ ਦਾ ਫਾਇਦਾ ਹੋਵੇ। ਮਤਲਬ ਕੋਈ ਇਹੋ ਜਿਹਾ ਕੰਮ ਨਾ ਕਰੀਏ ਜਿਹਦੇ ਨਾਲ ਸਰ ਨੂੰ ਜਾਂ ਸਾਨੂੰ ਜਾਂ ਕਿਸੇ ਹੋਰ ਨੂੰ, ਸਮਾਜ ਨੂੰ, ਕਿ ਸਾਨੂੰ ਕੋਈ ਸਿਰ ਸ਼ਰਮ ਨਾ ਝੁਕਾਉਣਾ ਪਵੇ। ਇਹੋ ਜਿਹਾ ਕੰਮ ਕਰਕੇ ਦਿਖਾਈਏ ਕਿ ਜਿਹਦੇ ਨਾਲ ਸਮਾਜ ਦਾ ਭਲਾ ਹੋਵੇ, ਲੋਕੀ ਸਾਨੂੰ ਪਿਆਰ ਕਰਨ, ਲੋਕੀ ਸਾਡਾ ਆਦਰ ਸਨਮਾਨ ਕਰਨ। ਔਰ ਬਹੁਤ ਬਹੁਤ ਧੰਨਵਾਦ। ਪ੍ਰਾਊਡ ਆਫ ਯੂ ਯਾਰ, ਪ੍ਰਾਊਡ ਆਫ ਯੂ। ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਔਰ ਯੈਲੋ ਕਾਰਡ ਧਾਰਕ ਪੱਤਰਕਾਰਾਂ ਦੀ ਸੰਸਥਾ ਡਿਜੀਟਲ ਮੀਡੀਆ ਐਸੋਸੀਏਸ਼ਨ ਰਜਿਸਟਰ ਦੀ ਅੱਜ ਇੱਕ ਮੀਟਿੰਗ ਜਲੰਧਰ ਦੇ ਸਰਕਟ ਹਾਊਸ ਦੇ ਵਿੱਚ ਰੱਖੀ ਗਈ ਸੀ, ਜਿਹਦੇ ਵਿੱਚ ਅੱਜ ਅਸੀਂ ਡਿਜੀਟਲ ਮੀਡੀਆ ਐਸੋਸੀਏਸ਼ਨ .in ਜੋ ਸਾਡੀ ਵੈਬਸਾਈਟ ਆ ਅਸੀਂ ਅੱਜ ਲਾਂਚ ਕਰਵਾਈ ਆ। ਔਰ ਇਸ ਮੀਟਿੰਗ ਦੇ ਵਿੱਚ ਸਾਡੇ ਮੁੱਖ ਅਤਿਥੀ ਦੇ ਤੌਰ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਜੀ ਔਰ ਜਲੰਧਰ ਦੇ ਪੁਲਿਸ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਔਰ ਉਹਨਾਂ ਦੇ ਨਾਲ ਜਲੰਧਰ ਦੇ SSP ਸਾਹਿਬ ਡਾਕਟਰ ਸੰਦੀਪ ਗਰਗ ਜੀ ਔਰ ਆਦਮਪੁਰ ਤੋਂ ਸਾਡੇ DSP ਹਰਿੰਦਰ ਸਿੰਘ ਮਾਨ ਜੀ ਵਿਸ਼ੇਸ਼ ਤੌਰ ਤੇ ਮੁੱਖ ਅਤਿਥੀ ਤੌਰ ਤੇ ਇਸ ਮੀਟਿੰਗ 'ਚ ਪਹੁੰਚੇ ਆ। ਔਰ ਉਹਨਾਂ ਨੇ ਆਪਣੇ ਕਰ ਕਮਲਾਂ ਦੇ ਦੁਆਰਾ ਸਾਡੀ ਡਿਜੀਟਲ ਮੀਡੀਆ ਐਸੋਸੀਏਸ਼ਨ ਰਜਿਸਟਰ ਦੀ ਜੋ ਵੈਬਸਾਈਟ ਸੀ ਉਹਨੂੰ ਲਾਂਚ ਕੀਤਾ ਵਾ। ਔਰ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ 'ਤੇ ਸਾਡੇ ਜਿੰਨੇ ਵੀ ਜਲੰਧਰ ਸ਼ਹਿਰ ਦੇ ਜਿਹੜੇ ਸਾਡੇ TV ਚੈਨਲਸ, ਅਖਬਾਰਾਂ ਔਰ ਨਿਊਜ਼ ਪੋਰਟਲਸ ਨਾਲ ਜਿਹੜੇ ਸਾਡੇ ਜਰਨਲਿਸਟ ਡਿਜੀਟਲ ਮੀਡੀਆ ਐਸੋਸੀਏਸ਼ਨ ਦੇ ਨਾਲ ਜੁੜੇ ਹੋਏ ਆ, ਉਹਨਾਂ ਨੇ ਤਕਰੀਬਨ 80 ਤੋਂ 90 ਜੋ ਜਰਨਲਿਸਟ ਸੀਗੇ ਅੱਜ ਉਹਨਾਂ ਨੇ ਆਨਲਾਈਨ ਆਪਣੀ ਮੈਂਬਰਸ਼ਿਪ ਵੀ ਫਿਲ ਕੀਤੀ ਆ। ਔਰ ਅਸੀਂ ਜਿਹੜੇ ਹੋਰ ਵੀ ਪੱਤਰਕਾਰ ਹੈਗੇ ਆ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਕਿ ਅਗਰ ਕੋਈ ਡਿਜੀਟਲ ਮੀਡੀਆ ਐਸੋਸੀਏਸ਼ਨ ਦਾ ਮੈਂਬਰ ਬਣਨਾ ਚਾਹੁੰਦਾ ਵਾ ਤੇ ਉਹ 15 ਮਾਰਚ ਤੋਂ ਪਹਿਲੋਂ ਆਪਣਾ ਮੈਂਬਰ ਜਿਹੜੀ ਮੈਂਬਰਸ਼ਿਪ ਜਿਹੜੀ ਹੈਗੀ ਆ ਆਨਲਾਈਨ ਲੈ ਲਵੇ। ਸਾਡੀ ਜਿਹੜੀ ਵੈਬਸਾਈਟ ਆ ਮੈਂ ਫਿਰ ਦੁਬਾਰਾ ਬੋਲ ਦੇਣਾ ਚਾਹੁੰਦਾ ਵਾ digitalmediaassociation .in ਉੱਤੇ ਮੈਂਬਰਸ਼ਿਪ ਫਾਰਮ ਆ, ਉਹਨੂੰ ਫਿਲ ਕਰ ਲਵੇ। 15 ਮਾਰਚ ਤੋਂ ਪਹਿਲਾਂ ਕੋਈ ਵੀ ਪੱਤਰਕਾਰ ਇਹ ਮੈਂਬਰਸ਼ਿਪ ਲੈ ਸਕਦਾ ਵਾ।
ਔਰ ਉਸ ਤੋਂ ਬਾਅਦ ਜਲਦੀ ਹੀ ਅਸੀਂ ਇੱਕ ਹੋਰ ਕਾਰਜਕ੍ਰਮ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਸਾਰੇ ਪੱਤਰਕਾਰਾਂ ਨੂੰ ਸਟicker ਔਰ ਉਹਨਾਂ ਦੇ ਜੋ ਆਈ ਕਾਰਡ ਹੈਗੇ ਆ ਉਹ ਅਸੀਂ ਇਸ਼ੂ ਕਰਾਂਗੇ। ਔਰ ਜਲਦੀ ਹੀ ਅਸੀਂ ਇੱਕ ਟ੍ਰੇਨਿੰਗ ਕੈਂਪ ਵੀ ਲਗਾਉਣ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਆਪਣੇ ਡਿਜੀਟਲ ਮੀਡੀਆ ਦੇ ਨਾਲ ਜੁੜੇ ਹੋਏ ਜੋ ਜਰਨਲਿਸਟ ਹੈਗੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਜਾਏਗੀ। ਤਾਂ ਸਰ ਫੀਸ ਕਿੰਨੀ ਕੁ ਹੈਗੀ ਹੈ? ਫੀਸ ਬਹੁਤ ਹੀ ਨੋਰਮਲ ਫੀਸ ਰੱਖੀ ਆ, ਮਾਤਰ 300 ਰੁਪਇਆ ਐਨੂਅਲ ਚਾਰजेस, ਸਿਰਫ 300 ਰੁਪਏ ਫੀਸ ਹੈਗੀ ਆ। ਕੋਈ ਵੀ ਪੱਤਰਕਾਰ ਆਪਣੀ 300 ਰੁਪਏ ਫੀਸ ਦੇ ਕੇ ਇਹਦਾ ਮੈਂਬਰ ਬਣ ਸਕਦਾ ਜੀ। ਧੰਨਵਾਦ। ਥੈਂਕ ਯੂ।